विद्यार्थियों, ਅੱਜ ਅਸੀਂ 12ਵੀਂ ਜਮਾਤ ਦੀ ਪੁਸਤਕ ਲਾਜ਼ਮੀ ਪੰਜਾਬੀ ਦੇ ਵਿੱਚੋਂ ਕਰਨ ਜਾ ਰਹੇ ਹਾਂ ਕਵਿਤਾ, ਜਿਸ ਦਾ ਨਾਮ ਹੈ ਵਗਦੇ ਪਾਣੀ। ਇਸ ਕਵਿਤਾ ਦਾ ਲੇਖਕ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ। ਆਓ ਸ਼ੁਰੂ ਕਰਦੇ ਹਾਂ ਕਵਿਤਾ। ਪਾਣੀ ਵਗਦੇ ਹੀ ਰਹਿਣ ਕਿ ਵਗਦੇ ਸੁਹੰਦੇ ਨੇ, ਖੜੋਂਦੇ ਬੁੱਸਦੇ ਨੇ ਕਿ ਪਾਣੀ ਵਗਦੇ ਹੀ ਰਹਿਣ। ਹੁਣ ਇੱਥੇ ਅਰਥ ਹੈ, ਔਖੇ ਸ਼ਬਦਾਂ ਦਾ ਅਰਥ। ਵਗਦੇ ਮਤਲਬ ਕਿ ਵਹਿੰਦੇ, ਕਿ ਚਲਦੇ ਜਾਂਦੇ ਨੇ ਪਾਣੀ। ਸੁਹੰਦੇ ਮਤਲਬ ਕਿ ਸੁੰਦਰ ਲੱਗਦੇ ਨੇ। ਬੁੱਸਦੇ ਮਤਲਬ ਬਦਬੂ ਮਾਰਦੇ ਨੇ, ਕਿ ਜਿਨ੍ਹਾਂ ਦੇ ਵਿੱਚੋਂ ਸਮੈਲ ਆਉਂਦੀ ਹੋਵੇ। ਹੁਣ ਇਹਨਾਂ ਸਤਰਾਂ ਦੇ ਵਿੱਚ ਡਾਕਟਰ ਦੀਵਾਨ ਸਿੰਘ ਪਾਣੀ ਕਾਲੇ ਪਾਣੀ ਜੋ ਕਿ ਸਾਨੂੰ ਇਹ ਦੱਸਦੇ ਨੇ ਕਿ ਇਹ ਜਿਹੜੀ ਕਵਿਤਾ ਆ, ਆਪਣੀ ਕਵਿਤਾ ਦੇ ਵਿੱਚ ਹਮੇਸ਼ਾ ਹੀ ਜਿਹੜਾ ਅਗਾਂਹ ਵਧੂ ਅਤੇ ਵਿਗਿਆਨਿਕ ਵਿਚਾਰਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੇ ਨੇ। ਅਤੇ ਇਸ ਕਵਿਤਾ ਦੇ ਵਿੱਚ ਕਵੀ ਸਾਨੂੰ ਕੀ ਕਹਿ ਰਿਹਾ ਹੈ? ਕਵੀ ਸਾਨੂੰ ਇਹ ਕਹਿ ਰਿਹਾ ਕਿ ਮਨੁੱਖ ਨੂੰ ਵਗਦੇ ਪਾਣੀਆਂ ਵਿਚਲੀ ਗਤੀਸ਼ੀਲਤਾ ਵਾਂਗ ਜੀਵਨ ਜਿਉਣ ਦੀ ਪ੍ਰੇਰਨਾ ਦੇਣਾ ਹੈ। ਕਿ ਜਿਹੜੀ ਜ਼ਿੰਦਗੀ ਹੈ ਸਾਡੀ, ਜਿਵੇਂ ਪਾਣੀ ਨਦੀਆਂ ਨਹਿਰਾਂ ਦੇ ਵਿੱਚ ਚੱਲਦੇ ਨੇ, ਇਸੇ ਤਰ੍ਹਾਂ ਹੀ ਜਿਹੜੀ ਸਾਡੀ ਜ਼ਿੰਦਗੀ ਹੈ ਉਹ ਇਹਨਾਂ ਪਾਣੀਆਂ ਦੀ ਤਰ੍ਹਾਂ ਗਤੀਸ਼ੀਲਤਾ ਨਿਰੰਤਰ ਜਿਹੜੀ ਉਹ ਚੱਲਦੀ ਰਹਿਣੀ ਚਾਹੀਦੀ ਹੈ। ਅਤੇ ਸਾਨੂੰ ਆਪਣਾ ਜਿਹੜਾ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਹੀ ਜਿਹੜਾ ਨਿਰੰਤਰਤਾ ਦੇ ਵਿੱਚ ਆਪਣੀ ਚਾਲ ਜਿਹੜੀ ਉਹ ਚੱਲਦੇ ਰਹਿਣਾ ਚਾਹੀਦਾ ਹੈ। ਹੁਣ ਅਸੀਂ ਕੀਤਾ ਸੀ ਕਿ ਪਾਣੀ ਵਗਦੇ ਹੀ ਰਹਿਣ ਕਿ ਵਗਦੇ ਸੁਹੰਦੇ ਨੇ, ਖੜੋਂਦੇ ਬੁੱਸਦੇ ਨੇ ਕਿ ਪਾਣੀ ਵਗਦੇ ਹੀ ਰਹਿਣ। ਹੁਣ ਕਵੀ ਇਹ ਕਹਿ ਰਿਹਾ ਹੈ ਕਿ ਜਿਹੜੀ ਜ਼ਿੰਦਗੀ ਦਾ ਜਿਹੜਾ ਪਾਣੀ ਹੈ ਉਹ ਹਮੇਸ਼ਾ ਵਗਦੇ ਹੀ ਰਹਿਣੇ ਚਾਹੀਦੇ ਹਨ, ਕਿਉਂਕਿ ਇਹ ਜਦੋਂ ਵਹਿੰਦੇ ਨੇ ਤਾਂ ਇਹ ਬਹੁਤ ਹੀ ਜ਼ਿਆਦਾ ਜਿਹੜਾ ਆ ਉਹ ਸੁੰਦਰ ਲੱਗਦੇ ਨੇ। ਜੇਕਰ ਜ਼ਿੰਦਗੀ ਵੀ ਖਲੋ ਜਾਵੇ, ਜਿੱਦਾਂ ਪਾਣੀ ਇੱਕ ਜਗ੍ਹਾ 'ਤੇ ਜੇਕਰ ਕਾਫੀ ਸਮੇਂ ਦੇ ਲਈ ਖੜ੍ਹਾ ਹੋ ਜਾਵੇ ਤਾਂ ਉਹ ਬਦਬੂ ਮਾਰਨ ਲੱਗ ਜਾਂਦਾ ਹੈ। ਕਿ ਜੇਕਰ ਸਾਡੀ ਜ਼ਿੰਦਗੀ ਵੀ ਇਸੇ ਤਰ੍ਹਾਂ ਖਲੋ ਜਾਵੇ ਤਾਂ ਇਹ ਖੜ੍ਹੇ ਪਾਣੀ ਦੇ ਵਾਂਗ ਜਿਹੜਾ ਆ ਉਹ ਬਦਬੂ ਮਾਰਨ ਲੱਗਦੀ ਹੈ, ਕਿ ਜ਼ਿੰਦਗੀ ਜਿਹੜੀ ਹੈ ਉਹ ਬੇਰਸੀ ਹੋ ਜਾਂਦੀ ਹੈ। ਕੁਛ ਨਵਾਂਪਨ ਜਿਹੜਾ ਆ ਉਹ ਇਹਦੇ ਵਿੱਚ ਨਹੀਂ ਰਹਿੰਦਾ। ਹੁਣ ਅੱਗੇ ਅਸੀਂ ਕਰਦੇ ਹਾਂ ਕਵਿਤਾ। ਜਿੰਦਾ ਮਿਲੀਆਂ ਹੀ ਰਹਿਣ ਕਿ ਮਿਲੀਆਂ ਜਿੰਦੀਆਂ ਨੇ, ਵਿਛੜਿਆਂ ਮਰਦੀਆਂ ਨੇ ਕਿ ਜਿੰਦਾ ਮਿਲੀਆਂ ਹੀ ਰਹਿਣ। ਹੁਣ ਦੇਖੋ, ਇਸ ਵਿੱਚ ਕਵੀ ਕਹਿ ਰਿਹਾ ਹੈ ਕਿ ਜੇਕਰ ਮਨੁੱਖ ਜਿਹੜਾ ਆ, ਠੀਕ ਹੈ, ਕਿ ਸਾਨੂੰ ਜਿਹੜਾ ਹਰ ਇੱਕ ਇਨਸਾਨ ਨੂੰ ਪਾਣੀ ਦੇ ਵਾਂਗ ਇੱਕ ਦੂਸਰੇ ਦੇ ਨਾਲ ਘੁਲ ਮਿਲ ਕੇ ਰਹਿਣਾ ਚਾਹੀਦਾ ਹੈ। ਠੀਕ ਹੈ, ਅਲੱਗ-ਅਲੱਗ ਹੋ ਕੇ ਨਹੀਂ ਰਹਿਣਾ ਚਾਹੀਦਾ, ਆਪਸ ਦੇ ਵਿੱਚ ਪਿਆਰ ਦੇ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਕਿ ਜੇਕਰ ਮਨੁੱਖ ਜਿਹੜਾ ਆ ਇੱਕ ਦੂਸਰੇ ਤੋਂ ਦੂਰ ਹੋ ਜਾਵੇ ਤਾਂ ਇਹਦੇ ਨਾਲ ਜਿਹੜੀ ਜ਼ਿੰਦਗੀ ਦੀ ਜਿਹੜੀ ਹੈ ਉਹ ਕਿਹੋ ਜਿਹੀ ਹੋਵੇਗੀ? ਉਹ ਇੱਕ ਮੌਤ ਦੀ ਤਰ੍ਹਾਂ ਹੋ ਜਾਏਗੀ, ਇਕੱਲੇਪਨ ਦੀ ਤਰ੍ਹਾਂ ਹੋ ਜਾਏਗੀ। ਕਿ ਇਸੇ ਕਾਰਨ ਹੀ ਜਿਹੜਾ ਆ ਜਿਹੜੀਆਂ ਜ਼ਿੰਦਗੀਆਂ ਨੇ, ਜਿਹੜੇ ਮਨੁੱਖ ਇੱਕ ਦੂਜੇ ਦੇ ਨਾਲ ਮਿਲ ਕੇ ਰਹਿਣੇ ਚਾਹੀਦੇ ਨੇ, ਅਤੇ ਉਹਨਾਂ ਦੇ ਵਿੱਚ ਹੀ ਜਿਹੜਾ ਜ਼ਿੰਦਗੀ ਦੀ ਤਾਂ ਹੀ ਨਿਰੰਤਰਤਾ ਜਿਹੜੀ ਗਤੀਸ਼ੀਲਤਾ ਜਿਹੜੀ ਉਹ ਚੱਲਦੀ ਜਾਏਗੀ ਅਤੇ ਇਹਦੇ ਨਾਲ ਮਨੁੱਖਾਂ ਦੇ ਵਿੱਚ ਆਪਸੀ ਜਿਹੜੀ ਸਾਂਝ ਜਿਹੜੀ ਹੈ ਉਹ ਵੀ ਬਰਕਰਾਰ ਰਹੇਗੀ। ਰੂਹਾਂ ਉੱਡਦੀਆਂ ਹੀ ਰਹਿਣ ਕਿ ਉੱਡਿਆਂ ਚੜ੍ਹਦੀਆਂ ਨੇ, ਅਟਕਿਆਂ ਡਿੱਗਦੀਆਂ ਨੇ ਕਿ ਰੂਹਾਂ ਉੱਡਦੀਆਂ ਹੀ ਰਹਿਣ। ਅਟਕਿਆਂ ਦਾ ਅਰਥ ਹੈ ਠਹਿਰਿਆਂ, ਕਿ ਕਿਸੇ ਜਗ੍ਹਾ 'ਤੇ ਜਾ ਕੇ ਅਟਕ ਜਾਵੇ, ਰੁਕ ਜਾਵੇ। ਤਾਂ ਇਹਦੇ ਵਿੱਚ ਕਵੀ ਕੀ ਕਹਿ ਰਿਹਾ ਹੈ ਕਿ ਕਵੀ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਜਿਹੜਾ ਮਨੁੱਖ ਹੈ ਉਹਨੂੰ ਆਪਣੀਆਂ ਉੱਚੀਆਂ ਮੰਜ਼ਲਾਂ ਕਿ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਠਾਣ ਲਿਆ ਹੋਇਆ ਕਿ ਤੁਸੀਂ ਕੀ ਬਣਨਾ, ਤਾਂ ਤੁਹਾਡੀ ਜਿਹੜੀ ਸੋਚ ਜਿਹੜੀ ਉਹ ਨੀਵੀਂ ਨਹੀਂ ਹੋਣੀ ਚਾਹੀਦੀ। ਤੁਹਾਡੀ ਜਿਹੜੀ ਸੋਚ ਹੈ ਕੁਝ ਪ੍ਰਾਪਤ ਕਰਨ ਦੀ, ਤਾਂ ਉਹ ਹਮੇਸ਼ਾ ਉਚੇਰੀ ਹੀ ਹੋਣੀ ਚਾਹੀਦੀ ਹੈ। ਉੱਚੀ ਮੰਜ਼ਿਲ ਨੂੰ ਪ੍ਰਾਪਤ ਕਰਨ ਦੀ ਹੀ ਸੋਚ ਹੋਣੀ ਚਾਹੀਦੀ ਹੈ। ਕਿ ਤੁਸੀਂ ਜਿਹੜਾ ਆ ਉੱਚੀਆਂ ਮੰਜ਼ਿਲਾਂ ਨੂੰ ਸਰ ਕਰਨਾ, ਉੱਚੀਆਂ ਮੰਜ਼ਿਲਾਂ ਨੂੰ ਪਾਉਣਾ ਜਿਹੜਾ ਆ ਉਹ ਤੁਹਾਡੀ ਕਾਮਨਾ ਹੋਣੀ ਚਾਹੀਦੀ ਹੈ। ਅਤੇ ਆਪਣੇ ਵੱਲੋਂ ਜੇਕਰ ਤੁਸੀਂ ਕਿਸੇ ਚੀਜ਼ ਦੇ ਮੰਜ਼ਿਲ ਦੇ ਉੱਤੇ ਪਹੁੰਚਣਾ
ਹੈ ਤਾਂ ਉਹਦੇ ਲਈ ਤੁਹਾਨੂੰ ਰੁਕ ਕੇ ਬੈਠਣ ਦੀ ਜ਼ਰੂਰਤ ਨਹੀਂ ਹੈ, ਸਗੋਂ ਕਿ ਉਸ ਦੇ ਲਈ ਤੁਹਾਨੂੰ ਨਿਰੰਤਰ ਜਿਹੜਾ ਆ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਲਗਾਤਾਰ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਇੱਕ ਜਗ੍ਹਾ 'ਤੇ ਜਾ ਕੇ ਰੁਕ ਵੀ ਜਾਓ, ਹਾਰ ਵੀ ਮਿਲ ਜਾਂਦੀ ਹੈ, ਪਰ ਉਸ ਹਾਰ ਦੇ ਕੋਲੋਂ ਵੀ ਤੁਸੀਂ ਜਿਹੜਾ ਉਸ ਹਾਰ ਨੂੰ ਵੀ ਜਿਹੜਾ ਜਿੱਤ ਦੇ ਵਿੱਚ ਬਦਲਣਾ ਹੈ। ਇਸ ਲਈ ਕਵੀ ਇੱਥੇ ਕਹਿ ਰਿਹਾ ਕਿ ਮਨੁੱਖੀ ਜਿਹੜੀਆਂ ਰੂਹਾਂ ਨੇ, ਠੀਕ ਹੈ, ਉਹ ਹਮੇਸ਼ਾ ਉੱਚੀਆਂ ਉਡਾਰੀਆਂ ਮਾਰਨ ਦੇ ਲਈ ਯਤਨਸ਼ੀਲ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ, ਕਿ ਰੁਕਣਾ ਨਹੀਂ ਚਾਹੀਦਾ ਉਹਨੂੰ, ਕਿ ਜੇਕਰ ਉਹ ਅਜਿਹੇ ਯਤਨ ਜੇਕਰ ਮਿਹਨਤ ਕਰਦੇ ਜਾਓਗੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਦੇ ਲਈ ਤਾਂ ਆਪਣੀ ਮੰਜ਼ਿਲ ਨੂੰ ਤੁਸੀਂ ਪ੍ਰਾਪਤ ਕਰ ਸਕਦੇ ਹੋ। ਜੇਕਰ ਰੂਹਾਂ ਜਿਹੜੀਆਂ ਨੇ ਉਹ ਇੱਕ ਜਗ੍ਹਾ 'ਤੇ ਜਾ ਕੇ ਅਟਕ ਜਾਣ, ਜੇਕਰ ਤੁਸੀਂ ਆਪਣੀ ਮੰਜ਼ਿਲ ਨੂੰ ਪਾਉਣ ਦੇ ਲਈ ਮਿਹਨਤ ਜਿਹੜੀ ਉਹ ਨਹੀਂ ਕਰਦੇ, ਥੱਕ ਜਾਂਦੇ ਹੋ, ਹਾਰ ਜਾਂਦੇ ਹੋ ਮੁਸ਼ਕਿਲਾਂ ਨੂੰ ਦੇਖ ਕੇ, ਤਾਂ ਤੁਸੀਂ ਜਿਹੜਾ ਉਸ ਜਗ੍ਹਾ 'ਤੇ ਅਟਕ ਜਾਓਗੇ ਅਤੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਨਹੀਂ ਕਰੋਗੇ। ਕਿ ਜੇਕਰ ਰੂਹਾਂ ਜਿਹੜੀਆਂ ਨੇ ਉਹ ਅਟਕ ਜਾਣ ਤਾਂ ਉਹ ਕੀ ਹੋਏਗਾ, ਉਹ ਗਿਰਾਵਟ, ਉਹ ਥੱਲੇ ਆ ਕੇ ਡਿੱਗਣਗੀਆਂ, ਡੂੰਘੀ ਖੱਡ ਵਿੱਚ ਆ ਕੇ ਤੁਸੀਂ ਡਿੱਗੋਗੇ। ਇਸੇ ਲਈ ਜਿਹੜਾ ਆ ਹਮੇਸ਼ਾ ਉਚੇਰੀਆਂ ਮੰਜ਼ਿਲਾਂ ਨੂੰ, ਉਚੇਰੀਆਂ ਉਡਾਰੀਆਂ ਦੀ ਜਿਹੜੀ ਮਾਰਨ ਦੀ ਜਿਹੜੀ ਉਹ ਕਾਮਨਾ ਕਰਨੀ ਚਾਹੀਦੀ ਹੈ। ਤੁਹਾਨੂੰ ਹਮੇਸ਼ਾ ਜਿਹੜਾ ਉਹ ਚੰਗਾ ਸੋਚਣਾ ਤੇ ਉੱਚਾ ਸੋਚਣਾ, ਤਾਂ ਕਿ ਤੁਸੀਂ ਆਪਣੀ ਮੰਜ਼ਿਲ ਨੂੰ ਜਿਹੜਾ ਉਹ ਪਾ ਸਕੋ। ਤੇ ਮੈਂ ਟੁਰਦਾ ਹੀ ਰਹਾ ਕਿ ਟੁਰਿਆ ਵੱਧਦਾ ਹਾਂ, ਖਲੋਇਆ ਘਟਦਾ ਹਾਂ, ਕਿ ਮੈਂ ਟੁਰਦਾ ਹੀ ਰਹਾ। ਹੁਣ ਕਵੀ ਇਹ ਕਹਿ ਰਹੇ ਨੇ ਕਿ ਸਾਨੂੰ ਹਮੇਸ਼ਾ ਇਹ ਕਾਮਨਾ ਕਰਨੀ ਚਾਹੀਦੀ ਹੈ ਕਿ ਸਾਨੂੰ ਨਿਰੰਤਰ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਹਦੇ ਨਾਲ ਜ਼ਿੰਦਗੀ 'ਚ ਕੁਝ ਪ੍ਰਾਪਤ ਵੀ ਹੁੰਦਾ, ਬਹੁਤ ਕੁਝ ਪ੍ਰਾਪਤ ਹੁੰਦਾ। ਤੇ ਕਦੇ ਵੀ ਸਾਨੂੰ ਰੁਕਣਾ ਨਹੀਂ ਚਾਹੀਦਾ, ਠਹਿਰਨਾ ਨਹੀਂ ਚਾਹੀਦਾ, ਕਿਉਂਕਿ ਜੇਕਰ ਅਸੀਂ ਰੁਕ ਜਾਂਦੇ ਹਾਂ, ਠਹਿਰ ਜਾਂਦੇ ਹਾਂ, ਤਾਂ ਅਸੀਂ ਗਿਰਾਵਟ ਵਾਲੇ ਪਾਸੇ ਆ ਜਾਂਦੇ ਹਾਂ, ਅਸੀਂ ਹਾਰ ਵਾਲੇ ਪਾਸੇ ਆ ਜਾਂਦੇ ਹਾਂ। ਇਸ ਲਈ ਜਿਹੜਾ ਆ ਕਵੀ ਸਾਨੂੰ ਸਾਰਿਆਂ ਨੂੰ ਇਹੋ ਹੀ ਕਹਿਣਾ ਚਾਹ ਰਿਹਾ ਹੈ ਕਿ ਸਾਨੂੰ ਜਿਹੜਾ ਆ ਉਹ ਨਿਰੰਤਰ ਉਚੇਰੀਆਂ ਉਡਾਰੀਆਂ ਮਾਰਨਾ, ਭਾਵ ਕਿ ਜ਼ਿੰਦਗੀ ਦਾ ਹਾਂ ਪੱਕੀ ਵਿਕਾਸ ਦੀ ਕਾਮਨਾ ਕਰਨੀ। ਹਾਂ ਪੱਕੀ ਵਿਕਾਸ ਮਤਲਬ ਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਚੰਗੀ ਸੋਚ ਰੱਖਣ ਲਈ ਹਮੇਸ਼ਾ ਸਕਾਰਾਤਮਕ ਜਿਹੜੀ ਸੋਚ ਹੈ, ਪੋਜ਼ਿਟਿਵ ਜਿਹੜੀ ਥਿੰਕਿੰਗ ਹੈ, ਉਹਦੇ ਨਾਲ ਹੀ ਚੱਲਣਾ। ਜੇਕਰ ਤੁਸੀਂ ਪੋਜ਼ਿਟਿਵ ਸੋਚੋਗੇ ਤਾਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਤੁਹਾਡੀਆਂ ਮੰਜ਼ਿਲਾਂ ਹੈ ਉਹਨਾਂ ਦੇ ਵੱਲ ਤੁਸੀਂ ਜਿਹੜਾ ਆਪਣਾ ਨਿਸ਼ਾਨਾ ਮਿੱਥਿਆ ਹੋਇਆ ਤਾਂ ਉਹ ਤੁਸੀਂ ਉਹਨੂੰ ਜਿਹੜਾ ਆ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਆ ਉਹਨੂੰ ਅਪਣਾਓਗੇ। ਇਸ ਲਈ ਦੇਖੋ ਕਿ ਵਗਦੇ ਪਾਣੀ ਜਿਹੜਾ ਆ ਕਵਿਤਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ, ਉਹ ਸਾਨੂੰ ਇਸ ਕਵਿਤਾ ਦੇ ਰਾਹੀਂ ਇਹੀ ਸੰਦੇਸ਼ ਦੇਣਾ ਚਾਹ ਰਿਹਾ ਹੈ, ਮਨੁੱਖ ਨੂੰ ਇਹੀ ਸੰਦੇਸ਼ ਦੇ ਰਿਹਾ ਹੈ ਕਿ ਸਾਨੂੰ ਜਿਹੜਾ ਆ ਵਗਦੇ ਪਾਣੀਆਂ ਦੀ ਤਰ੍ਹਾਂ ਜਿਹੜਾ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਨਿਰੰਤਰ ਜਿਹੜਾ ਆ ਉਹ ਚੱਲਦੇ ਰਹਿਣਾ ਚਾਹੀਦਾ ਹੈ। ਕਦੇ ਵੀ ਸਾਨੂੰ ਰੁਕ ਕੇ ਇੱਕ ਜਗ੍ਹਾ ਦੇ ਉੱਤੇ ਨਹੀਂ ਬੈਠਣਾ ਚਾਹੀਦਾ, ਕਿ ਜਿਵੇਂ ਪਾਣੀ ਜਿਹੜੇ ਨੇ ਉਹ ਜਦੋਂ ਚੱਲਦੇ ਨੇ ਬਹੁਤ ਸੋਹਣੇ ਲੱਗਦੇ ਨੇ, ਇਸ ਤਰ੍ਹਾਂ ਹੀ ਜ਼ਿੰਦਗੀ ਜੇਕਰ ਸਾਡੀ ਨਿਰੰਤਰ ਇੱਦਾਂ ਹੀ ਚੱਲਦੀ ਰਹੇ ਤਾਂ ਅਸੀਂ ਆਪਣੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰ ਲਵਾਂਗੇ। ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਮੰਜ਼ਿਲ ਨੂੰ ਪਾਉਣਾ ਹੈ ਤਾਂ ਉਹਦੇ ਲਈ ਸਾਨੂੰ ਜਿਹੜਾ ਨਿਰੰਤਰ ਜਿਹੜੀ ਆ ਉਹ ਮਿਹਨਤ ਜਿਹੜੀ ਉਹ ਕਰਨੀ ਚਾਹੀਦੀ ਹੈ। ਚਾਹੇ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਮਰਜ਼ੀ ਮੁਸ਼ਕਿਲ ਰਾਹ ਕਿਉਂ ਨਾ ਆ ਜਾਣ, ਸਾਨੂੰ ਉਸ ਮੁਸ਼ਕਿਲ ਰਾਹ ਨੂੰ ਪਾਰ ਕਰਕੇ ਜਿਹੜਾ ਆ ਉਹ ਅੱਗੇ ਤੋਂ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਮੈਨੂੰ ਆਸ ਹੈ ਕਿ ਬੱਚੇ ਤੁਹਾਨੂੰ ਇਹ ਕਵਿਤਾ ਜ਼ਰੂਰ ਸਮਝ ਆ ਗਈ ਹੋਵੇਗੀ। ਧੰਨਵਾਦ।